पांच इसमें गिरफ्तारियां हुई हैं अमृतसर पुलिस की तरफ से। गोल्डन टैंपल ਦੇ ਬਾਹਰ ਹੈਰੀਟੇਜ ਸਟਰੀਟ ਦੇ ਵਿੱਚ रिकवरी इनसे 1.1 kg मिक्सचर ऑफ क्लोरेट्स एंड ब्रोमाइड्स हुए हैं। ਲਗਾਤਾਰ ਹੋਏ 3 ਬੰਬ ਧਮਾਕਿਆਂ ਦਾ It is suspected that there is a possibility कि एक एक्सप्लोजन और हुआ है, बट बिकॉज अभी अंधेरा है और ये इस बिल्डिंग के पीछे हुआ है। परंतु एक ਵੱਡਾ ਸਵਾਲ ਖੜਾ ਹੁੰਦਾ ਹੈ ਕਿ ਆਖਰ ਇਹ ਬੰਬ ਧਮਾਕੇ ਹੋਏ ਕਿਉਂ। इसकी हम डीप इन्वेस्टिगेशन करेंगे। ਦੋਸਤੋ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਇੰਡੀਆ ਬੁਲਟਨ ਨਿਊਜ਼ ਚੈਨਲ ਦੇਖਣ ਵਾਲਿਆਂ ਨੂੰ ਅਸੀਂ ਫਿਰ ਤੋਂ ਇੱਕ ਵਾਰ ਖੁਸ਼ਾਮਦੀਦ ਕਹਿੰਦੇ ਹਾਂ। ਅੱਜ ਅਸੀਂ ਇੱਕ ਨਵੀਂ ਨਿਊਜ਼ ਰਿਪੋਰਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਮਾਮਲਾ ਬੜਾ ਹੀ ਸੰਗੀਨ ਹੈ। ਪਿਛਲੇ 1.5 ਹਫ਼ਤੇ ਤੋਂ ਪੂਰੇ ਪੰਜਾਬ ਦੇ ਵਿੱਚ ਇਸ ਮਾਮਲੇ ਨੇ ਇੱਕ ਡਰ ਦਾ ਮਾਹੌਲ ਪੈਦਾ ਕੀਤਾ ਹੈ। ਬੜਾ ਸੰਜੀਦਾ ਮਾਮਲਾ ਹੈਗਾ, ਧਰਮ ਦੇ ਨਾਲ ਵੀ ਜੁੜਿਆ ਹੋਇਆ ਹੈਗਾ। ਮਾਮਲਾ ਹੈ ਅੰਮ੍ਰਿਤਸਰ ਦੇ ਵਿੱਚ ਗੋਲਡਨ ਟੈਂਪਲ ਦੇ ਬਾਹਰ ਹੈਰੀਟੇਜ ਸਟਰੀਟ ਦੇ ਵਿੱਚ ਲਗਾਤਾਰ ਹੋਏ 3 ਬੰਬ ਧਮਾਕਿਆਂ ਦਾ। ਆਮ ਜੋ ਸਿੱਖ ਸੰਗਤ ਉੱਥੇ ਹਰ ਰੋਜ਼ ਨਤਮਸਤਕ ਹੋਣ ਆਉਂਦੇ ਸੀ, ਉਹਨਾਂ ਦੇ ਵਿੱਚ ਇਸ ਕਾਰਨ ਡਰ ਵੀ ਫੈਲਿਆ। ਲਾ ਐਂਡ ਆਰਡਰ ਦੀ ਜੋ ਸਿਚੁਏਸ਼ਨ ਹੈ ਉਹਨੂੰ ਵੀ ਬਹੁਤ ਬੜਾ ਧੱਕਾ ਲੱਗਿਆ। ਪੁਲਿਸ ਤੇ ਪੰਜਾਬ ਦੀ ਸਰਕਾਰ ਦੇ ਉੱਪਰ ਸਵਾਲ ਵੀ ਖੜੇ ਕੀਤੇ ਗਏ ਵਿਰੋਧੀ ਧਿਰਾਂ ਵੱਲੋਂ। ਤੇ ਅਖੀਰ 10 ਤਰੀਕ ਨੂੰ ਇਹ ਜੋ ਆਰੋਪੀ ਹੈਗੇ ਨੇ, ਜੋ ਕਿ ਬੰਬ ਧਮਾਕਿਆਂ ਦੇ ਦੋਸ਼ੀ ਸੀ, ਉਹਨਾਂ ਵੱਲੋਂ ਆਪਣਾ ਜੋ ਕਬੂਲਨਾਮਾ ਹੈ ਉਹ ਵੀ ਕਰ ਲਿਆ ਗਿਆ ਪੁਲਿਸ ਦੇ ਸਾਹਮਣੇ। ਉਹ ਫੜੇ ਗਏ ਨੇ। 5 ਇਹ ਲੋਕ ਹੈਗੇ ਨੇ, ਵਿਅਕਤੀ ਹੈਗੇ ਨੇ 5, ਤੇ ਇੱਕ ਨਾਲ ਲੇਡੀਜ਼ ਵੀ ਹੈਗੀ ਹੈ। ਇੱਕ ਨਿਊਲੀ ਵੈਡਡ ਕਪਲ ਸੀਗਾ ਇਹਨਾਂ ਦੇ ਵਿੱਚ 5 ਬੰਦਿਆਂ ਦੇ ਵਿੱਚ। ਪੁਲਿਸ ਦੇ ਸਾਹਮਣੇ ਉਹਨਾਂ ਨੇ ਇਨਕਸ਼ਾਫ ਕਰ ਲਿਆ ਹੈਗਾ ਕਿ ਉਹਨਾਂ ਵੱਲੋਂ ਹੀ ਇਹ ਸਾਰਾ ਕੁਝ ਕੀਤਾ ਗਿਆ ਹੈਗਾ। ਪਰੰਤੂ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਆਖਰ ਇਹ ਬੰਬ ਧਮਾਕੇ ਹੋਏ ਕਿਉਂ। ਕਿਉਂ ਅਜਿਹੀ ਹਰਕਤ ਕੀਤੀ ਗਈ ਪੰਜਾਬ ਦੇ ਹੀ ਰਹਿਣ ਵਾਲੇ ਲੋਕਾਂ ਵੱਲੋਂ। ਇੱਕ ਅਜਿਹੀ ਧਾਰਮਿਕ ਬਿਲਡਿੰਗ ਦੇ ਬਾਹਰ, ਜਿਸ ਨੂੰ ਕਿ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਮੱਕਾ, ਕਾਬਾ ਕਹਿ ਲਓ, ਯਰੂਸ਼ਲਮ ਕਹਿ ਦਿਓ, ਇਹ ਸਾਰਾ ਕੁਝ ਮੰਨਿਆ ਜਾਂਦਾ ਹੈ। ਇੱਕ ਅਜਿਹਾ ਸ਼ਹਿਰ ਅੰਮ੍ਰਿਤਸਰ, ਜਿਸ ਦੇ ਨਾਂ ਦੇ ਨਾਲ ਸਾਹਿਬ ਲਾਇਆ ਹੈ ਆਦਰ ਮਾਣ ਵਜੋਂ। ਅੰਮ੍ਰਿਤਸਰ ਸਾਹਿਬ ਕਿਹਾ ਜਾਂਦਾ ਹੈ ਕਿਉਂਕਿ ਸਾਡੇ ਗੁਰੂਆਂ ਦੀ ਧਰਤੀ ਹੈ ਉਹ। ਤੇ ਗੋਲਡਨ ਟੈਂਪਲ, ਜਿੱਥੇ ਹਜ਼ਾਰਾਂ ਲੋਕ ਆਪਣੇ ਦੁੱਖ ਦਰਦ ਲੈ ਕੇ, ਆਪਣੀਆਂ ਪ੍ਰੋਬਲਮਾਂ ਲੈ ਕੇ ਆਪਣੇ ਗੁਰੂ ਦੇ ਕੋਲ ਜਾਂਦੇ ਨੇ ਤੇ ਉੱਥੇ ਆਪਣੀ ਗੱਲ ਕਹਿੰਦੇ ਨੇ, ਉੱਥੇ ਮੰਨਤਾਂ ਮੰਗਦੇ ਨੇ ਤੇ ਆਪਣਾ ਦਿਲ ਹੌਲਾ ਕਰਕੇ ਆਉਂਦੇ ਨੇ। ਉਸ ਜਗ੍ਹਾ ਦੇ ਠੀਕ ਬਾਹਰ ਅਜਿਹੇ ਧਮਾਕੇ ਹੋਣਾ ਸੱਚਮੁੱਚ ਇੱਕ ਲੈਂਡ ਆਰਡਰ ਦੀ ਸਿਚੁਏਸ਼ਨ ਨੂੰ ਬਹੁਤ ਬੜਾ ਧੱਕਾ ਸੀ ਤੇ ਆਮ ਲੋਕਾਂ ਦੇ ਵਿੱਚ ਡਰ ਫੈਲਾਉਣ ਦੀ ਸਾਜ਼ਿਸ਼ ਵੀ ਕਹੀ ਜਾ ਸਕਦੀ ਸੀ। ਪਰੰਤੂ ਇਹ ਕੀਤਾ ਕਿਉਂ ਗਿਆ? ਕੀ ਉਹ ਲੋਕ ਵਾਕਈ ਹੀ ਕਿਸੇ ਟੈਰੋਰਿਸਟ ਮੋਡਿਊਲ ਦੇ ਅਧੀਨ ਕੰਮ ਕਰ ਰਹੇ ਸੀ, ਜਾਂ ਜਿਹੜੇ ਫੜੇ ਗਏ ਦੋਸ਼ੀ ਨੇ ਇਹ ਹੱਥ ਠੋਕਾ ਸੀ ਕਿਸੇ ਬਾਹਰ ਬੈਠੀ ਅਜਿਹੀ ਤਾਕਤ ਦਾ, ਜੋ ਕਿ ਪੰਜਾਬ ਨੂੰ ਡੀਸਟੇਬਲਾਈਜ਼ ਕਰਨਾ ਚਾਹੁੰਦੀ ਹੈ। ਇਹਦੀ ਜੋ ਧਾਰਮਿਕ ਜੋ ਹਾਰਮਨੀ ਹੈਗੀ, ਜੋ ਲੈਂਡ ਆਰਡਰ ਦੀ ਸਿਚੁਏਸ਼ਨ ਹੈਗੀ, ਉਹਨੂੰ ਸ਼ਾਂਤ ਨਹੀਂ ਰਹਿਣ ਦੇਣਾ ਚਾਹੁੰਦੀ। ਕਿ ਜਾਂ ਫਿਰ ਇਹ ਲੋਕ ਧਾਰਮਿਕ ਤੌਰ 'ਤੇ ਇੰਨੇ ਕੱਟੜ ਸੀ ਕਿ ਇਹਨਾਂ ਦਾ ਆਪਣਾ ਹੀ ਮਨ ਸੀ ਕਿ ਕੁਛ ਅਜਿਹਾ ਕੀਤਾ ਜਾਵੇ ਤਾਂ ਕਿ ਇਹਨਾਂ ਦੀ ਕੁਛ ਅਜਿਹੀ ਪਛਾਣ ਬਣ ਸਕੇ, ਜਾਂ ਫਿਰ ਆਮ ਲੋਕਾਂ ਦੇ ਸਾਹਮਣੇ ਇਹ ਕੁਛ ਇਸ ਤਰੀਕੇ ਨਾਲ ਪੇਸ਼ ਕੀਤੇ ਜਾ ਸਕਣ ਕਿ ਜਿਸ ਤੋਂ ਪਤਾ ਲੱਗੇ ਕਿ ਹਾਂਜੀ ਇਹ ਧਾਰਮਿਕ ਤੌਰ ਦੇ ਉੱਤੇ ਬੜੇ ਪਰਪੱਕ ਹੈਗੇ ਨੇ। ਇਹ ਸਾਰੀਆਂ ਚੀਜ਼ਾਂ ਅੰਡਰ ਇਨਵੈਸਟੀਗੇਸ਼ਨ ਹੈਗੀਆਂ ਨੇ। ਇਨਵੈਸਟੀਗੇਸ਼ਨ ਦਾ ਮੁੱਦਾ ਹੈਗਾ। ਹੌਲੀ ਹੌਲੀ ਪਰਤਾਂ ਖੁੱਲ੍ਹ ਰਹੀਆਂ ਨੇ ਤੇ ਜ਼ਾਹਰ ਜੀ ਗੱਲ ਆਮ ਲੋਕਾਂ ਤੱਕ ਵੀ ਪਹੁੰਚਣਗੀਆਂ। ਹੁਣ ਅਸੀਂ ਗੱਲ ਕਰਦੇ ਹਾਂ ਪੂਰੇ ਮਾਮਲੇ ਦੀ। 6 ਮਈ ਦੀ ਗੱਲ ਹੈਗੀ ਹੈ। 6 ਮਈ ਨੂੰ ਰਾਤ ਨੂੰ 10:15 ਵਜੇ ਇੱਕ ਬੰਬ ਧਮਾਕਾ ਹੁੰਦਾ। ਬੰਬ ਧਮਾਕਾ ਹੁੰਦਾ ਹੈ ਹੈਰੀਟੇਜ ਸਟਰੀਟ ਦੇ ਬਾਹਰ, ਇੱਕ ਸਵੀਟ ਸ਼ਾਪ ਦੇ ਬਾਹਰ, ਪਾਰਕਿੰਗ ਦੇ ਵਿੱਚ। ਇਹ ਬੰਬ ਧਮਾਕਾ ਜਦੋਂ ਹੁੰਦਾ ਹੈ ਤਾਂ ਲੋ ਇੰਟੈਂਸਿਟੀ ਦਾ ਹੁੰਦਾ, ਮਤਲਬ ਘੱਟ ਮਾਰੂ ਹੁੰਦਾ। ਕੋਈ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਨਹੀਂ ਹੁੰਦਾ। ਕਿਸੇ ਕਾਰ ਦੇ ਸ਼ੀਸ਼ੇ ਟੁੱਟਦੇ ਨੇ ਜਾਂ ਇੱਕ ਵਿਅਕਤੀ ਨੂੰ ਮਾਮੂਲੀ ਜੀਆਂ ਸੱਟਾਂ ਵੱਜਦੀਆਂ ਨੇ। ਪਰੰਤੂ ਇਹਦੇ ਨਾਲ ਜੋ ਪੰਜਾਬ ਪੁਲਿਸ ਸੀ ਉਹ ਚੁਕੰਨੀ ਹੋ ਗਈ, ਖੂਫੀਆ ਏਜੰਸੀਆਂ ਚੁਕੰਨੀਆਂ ਹੋ ਗਈਆਂ ਕਿ ਅੱਗੇ ਨੂੰ ਅਜਿਹੀ ਘਟਨਾ ਨਾ ਹੋਵੇ। ਅਜੇ ਉਹ ਕਿਸੇ ਇਨਵੈਸਟੀਗੇਸ਼ਨ ਦੇ ਉੱਪਰ ਨਹੀਂ ਪਹੁੰਚੇ ਸੀ, ਕਿਸੇ ਤਣ ਪੱਤਣ ਨਹੀਂ ਲੱਗੇ ਸੀ ਕਿ 8 ਮਈ ਨੂੰ ਰਾਤ ਨੂੰ ਇੱਕ ਵਾਰ ਫਿਰ ਧਮਾਕਾ ਹੁੰਦਾ। ਇਹ ਧਮਾਕਾ ਹੁੰਦਾ ਤਕਰੀਬਨ ਸਵੇਰੇ 6 ਵਜੇ ਦੇ ਕਰੀਬ। ਹੁਣ ਫਿਰ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤੇ ਹੁਣ ਇਸ ਮਾਮਲੇ ਨੂੰ ਹੈਂਡਲ ਕਰਨ ਲੱਗ ਜਾਂਦੀ ਹੈ NAI, NSA ਤੇ ਹੋਰ ਫੋਰੈਂਸਿਕ ਸਾਇੰਸ ਦੀਆਂ ਜੋ ਇਨਵੈਸਟੀਗੇਸ਼ਨਾਂ ਹੈਗੀਆਂ ਨੇ, ਜੋ ਸਾਇੰਟੀਫਿਕ ਟੀਮਾਂ ਹੈਗੀਆਂ ਨੇ, ਉਹ ਸਾਰੀਆਂ ਪਹੁੰਚਦੀਆਂ ਨੇ। ਉਹਨਾਂ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ। ਇਨਵੈਸਟੀਗੇਸ਼ਨ ਅਜੇ ਸ਼ੁਰੂ ਹੀ ਹੁੰਦੀ ਹੈ ਕਿ 1-2 ਦਿਨ ਬਾਅਦ 10 ਤਰੀਕ ਨੂੰ
10 ਮਈ ਨੂੰ ਫਿਰ ਤੋਂ ਇੱਕ ਧਮਾਕਾ ਹੁੰਦਾ ਹੈ। ਇਹ ਧਮਾਕਾ ਹੁੰਦਾ ਹੈ ਰਾਤ ਨੂੰ 12:15 ਵਜੇ। ਹੁਣ ਇਸ ਵਾਰ ਜੋ ਖੂਫੀਆ ਏਜੰਸੀਆਂ ਸੀ, ਜੋ ਪੁਲਿਸ ਸੀ, ਉਹ ਸਾਰੀ ਹਾਈ ਅਲਰਟ ਦੇ ਉੱਪਰ ਸੀ ਕਿਉਂਕਿ ਮਾਮਲਾ ਬੇहद ਸੰਗੀਨ ਸੀ। ਇੱਕੋ ਜਗ੍ਹਾ ਦੇ ਉੱਪਰ ਇਹ ਸਾਰੇ ਧਮਾਕੇ ਹੋ ਰਹੇ ਸੀਗੇ। ਇੰਨਾ ਸ਼ੁਕਰ ਹੈ ਕਿ ਇਹ ਸਾਰਾ ਜੋ ਸੀਗਾ ਮਾਮਲਾ ਲੋ ਇੰਟੈਂਸਿਟੀ ਦਾ ਸੀ। ਸ਼ਾਇਦ ਉਹ ਬੰਬ ਬਣਾਉਣ ਵਾਲੇ ਇੰਨੀ ਜ਼ਿਆਦਾ ਨੌਲੇਜ ਨਹੀਂ ਸੀ ਰੱਖਦੇ ਕਿ ਉਹ ਵੱਡਾ ਮਾਰੂ ਬੰਬ ਬਣਾ ਸਕਣ, ਕਿਉਂਕਿ ਇਹਦੇ ਵਿੱਚ IED ਐਕਸਪਲੋਸਿਵ ਜਿਹੜੇ ਹੈਗੇ ਨੇ ਉਹ ਵਰਤੇ ਗਏ ਨੇ। ਇਹਨਾਂ ਬਾਰੇ ਵੀ ਤੁਹਾਨੂੰ ਬਾਅਦ ਦੇ ਵਿੱਚ ਦੱਸਦੇ ਹਾਂ। ਤੇ ਜਦੋਂ ਇਹ ਧਮਾਕਾ ਹੁੰਦਾ ਹੈ ਤਾਂ ਇਹਦੇ ਵਿੱਚ ਪੁਲਿਸ ਦੇ ਨਾਲ ਖੂਫੀਆ ਏਜੰਸੀਆਂ ਦੇ ਨਾਲ NSA ਦੇ ਨਾਲ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਹੈਗੀ ਹੈ ਉਹ ਵੀ ਪੱਬਾਂ ਭਾਰ ਹੋਈ ਹੁੰਦੀ ਹੈ। ਉਹਨਾਂ ਵੱਲੋਂ ਵੀ ਇੱਕ ਵਿਜ਼ਲ ਰੱਖੀ ਜਾ ਰਹੀ ਹੁੰਦੀ ਹੈ ਕਿਉਂਕਿ ਹਰ ਕਿਤੇ CCTV ਕੈਮਰਾਜ਼ ਲੱਗੇ ਹੋਏ ਨੇ। ਨਿਗਰਾਨੀ ਰੱਖਣਾ ਹੁਣ ਬਹੁਤ ਆਸਾਨ ਹੋ ਗਿਆ ਹੈ। ਸੋ ਉਹਨਾਂ ਵੱਲੋਂ ਵੀ ਰੱਖੀ ਗਈ ਤੇ ਅਖੀਰ ਉਹਨਾਂ ਦੀ ਸਤਰਕਤਾ ਕਾਰਨ ਇਹ ਲੋਕ ਫੜੇ ਗਏ। ਫੜਨ ਤੋਂ ਠੀਕ ਬਾਅਦ ਉਹਨਾਂ ਨੇ ਮੰਨ ਵੀ ਲਿਆ ਕਿ ਹਾਂ ਇਹਨਾਂ ਨੇ ਹੀ ਅਸੀਂ ਹੀ ਇਹ ਕਬੂਲ ਵੀ ਕਰ ਲਿਆ ਉਹਨਾਂ ਨੇ ਕਿ ਇਹ ਸਾਰਾ ਕੁਝ ਸਾਡਾ ਹੀ ਕੀਤਾ ਕਰਾਇਆ ਹੈ। ਤੇ ਉਸ ਜਗ੍ਹਾ ਤੋਂ ਜਿਸ ਜਗ੍ਹਾ ਉਹ ਠਹਿਰੇ ਹੋਏ ਸੀਗੇ ਉਸ ਜਗ੍ਹਾ ਤੋਂ ਕੁਝ ਐਕਸਪਲੋਸਿਵ ਵੀ ਮਿਲੇ, ਹੋਰ ਕਾਫੀ ਚੀਜ਼ਾਂ ਮਿਲੀਆਂ, ਮੋਬਾਈਲ ਫੋਨ ਮਿਲੇ, ਲਿਟਰੇਚਰ ਵੀ ਮਿਲਿਆ ਹੈਗਾ ਕੁਝ ਜਿਹਨੂੰ ਅਸੀਂ ਭੜਕਾਊ ਲਿਟਰੇਚਰ ਕਹਿੰਦੇ ਆ। ਉਹ ਸਾਰਾ ਕੁਝ ਪੁਲਿਸ ਨੇ ਕਬਜ਼ੇ 'ਚ ਲੈ ਕੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਹੋ ਰਹੀ ਹੈ ਕਿ ਆਖਿਰ ਇਹ ਲੋਕ ਜਿਹੜੇ ਹੈਗੇ ਨੇ ਕਿਹੜੀਆਂ ਚੀਜ਼ਾਂ 'ਚ ਇਨਵੋਲਵਡ ਹੈਗੇ ਨੇ, ਟੈਰੋਰਿਸਟ ਹੈਗੇ ਨੇ ਕਿ ਜਾਂ ਫਿਰ ਇਹਨਾਂ ਵੱਲੋਂ ਸਿਰਫ ਸ਼ਾਂਤੀ ਭੰਗ ਕਰਨ ਵਾਸਤੇ ਸਾਰਾ ਕਾਰਾ ਕੀਤਾ ਗਿਆ। ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ IED ਜੋ ਇਹਦੇ ਵਿੱਚ ਐਕਸਪਲੋਸਿਵ ਯੂਜ਼ ਹੋਏ ਹੈਗੇ ਨੇ ਉਹਨਾਂ ਦੀ ਫੁੱਲ ਫਾਰਮ ਹੈਗੀ ਹੈ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ। ਇੰਪਰੋਵਾਈਜ਼ਡ ਮਤਲਬ ਕਿ ਤੁਹਾਨੂੰ ਮੌਕੇ ਦੇ ਉੱਤੇ ਜਿਹੜੀ ਚੀਜ਼ ਹਾਜ਼ਰ ਹੈ ਉਹਦੇ ਨਾਲ ਹੀ ਬੰਬ ਬਣਾ ਲੈਣਾ। ਇਹਦੇ ਵਿੱਚ ਕੋਈ ਡੈਟੋਨੇਟਰ ਜਾਂ ਕੋਈ ਮੈਕੈਨਿਜ਼ਮ ਨਹੀਂ ਸੀ ਯੂਜ਼ ਕੀਤਾ ਗਿਆ। ਇਹ DGP ਸਾਹਿਬ ਵੱਲੋਂ ਵੀ ਕਿਹਾ ਗਿਆ ਪੰਜਾਬ ਦੇ ਕਿ ਇਹ ਇੱਕ ਸਿੰਪਲ ਬੰਬ ਸੀ, ਲੋ ਇੰਟੈਂਸਿਟੀ ਦਾ ਸੀ, ਇਸੇ ਕਰਕੇ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਕੋਈ ਮਾਰੂ ਬੰਬ ਨਹੀਂ ਸੀ। ਤੇ ਇਹ ਜਿਹੜੇ ਬੰਬ ਸੀਗੇ, ਇਹ ਜਿਹੜੇ ਧਮਾਕੇ ਹੋਏ ਨੇ ਇਹ ਹੋਏ ਵੀ ਹੈਰੀਟੇਜ ਸਟਰੀਟ ਦੇ ਵਿੱਚ ਨੇ, ਰਾਤ ਦੇ ਟਾਈਮ ਹੋਏ ਨੇ। ਉਸ ਵਕਤ ਆਮ ਲੋਕਾਂ ਦੀ ਭੀੜ ਨਹੀਂ ਹੁੰਦੀ ਹੈਗੀ। ਸ਼ਾਇਦ ਡਰ ਫੈਲਾਉਣ ਦੀ ਮਨਸ਼ਾ ਨਾਲ ਹੀ ਇਹ ਜਿਹੜੇ ਬੰਬ ਧਮਾਕੇ ਨੇ ਕੀਤੇ ਗਏ। ਇਸੇ ਕਾਰਨ ਉਹ ਲੋਕ ਫੜੇ ਵੀ ਗਏ ਕਿਉਂਕਿ ਉਹ ਲੋਕ ਉਸੇ ਜਗ੍ਹਾ ਤੇ ਹੀ ਰਹਿ ਰਹੇ ਸੀ ਤੇ ਉੱਥੇ ਆਪਣੇ ਆਲੇ ਦੁਆਲੇ ਦੇ ਜੋ ਏਰੀਆ ਸੀਗਾ ਇੱਕ ਸਪੈਸੀਫਿਕ ਏਰੀਆ ਸੀ ਜਿਹਦੇ ਵਿੱਚ ਇਹ ਬੰਬ ਧਮਾਕੇ ਕਰ ਰਹੇ ਸੀ। ਇਸ ਕਰਕੇ ਫੜੇ ਵੀ ਗਏ। ਇਸ ਤੋਂ ਪਤਾ ਲੱਗਦਾ ਕਿ ਇਹ ਕੋਈ ਬਹੁਤ ਵੱਡੇ ਜਾਣਕਾਰ ਨਹੀਂ ਸੀ, ਇੱਕ ਨੌਸਿੱਖੀਏ ਸੀਗੇ। ਤੇ ਜਦੋਂ ਇਹਨਾਂ ਦਾ ਅਪਰਾਧਿਕ ਰਿਕਾਰਡ ਸਾਹਮਣੇ ਆਇਆ ਤਾਂ ਇਹਨਾਂ ਦੇ ਉੱਪਰ ਇੱਕ ਦੋ ਸਮਾਲ ਟਾਈਮ ਜਿਹੜੇ ਪਰਚੇ ਸੀ ਉਹ ਦਰਜ ਹੋਏ ਸੀ ਲੁੱਟਾਂ ਖੋਹਾਂ ਦੇ। ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ। ਇਹਦੇ ਵਿੱਚ 5 ਬੰਦੇ ਫੜੇ ਗਏ ਨੇ। ਸਭ ਤੋਂ ਸਾਜ਼ਿਸ਼ਕਰਤਾ ਜਿਹਨੂੰ ਮੰਨਿਆ ਗਿਆ ਉਹ ਹੈਗਾ ਆਜ਼ਾਦਵੀਰ ਸਿੰਘ, ਉਸ ਤੋਂ ਬਾਅਦ ਅਮਰੀਕ ਸਿੰਘ ਹੈ, ਉਸ ਤੋਂ ਬਾਅਦ ਸਾਬਾ ਹੈਗਾ, ਸਾਬਾ ਪਟਾਕਿਆਂ ਵਾਲਾ ਸਾਹਿਬ ਸਿੰਘ ਜਿਹਦਾ ਨਾਂ ਹੈਗਾ ਪੂਰਾ। ਫਿਰ ਹਰਜੀਤ ਤੇ ਧਰਮਿੰਦਰ ਸਿੰਘ ਨਾਂ ਦੇ 2 ਵਿਅਕਤੀ ਹੈਗੇ ਨੇ। ਇਹ ਦੋਨੇ ਆਪਸ 'ਚ ਸਾਲਾ ਜੀਜਾ ਹੈਗੇ ਨੇ। ਇਹ 5 ਵਿਅਕਤੀ ਫੜੇ ਗਏ। ਇਹਨਾਂ 'ਚ ਜਿਹੜਾ ਅਮਰੀਕ ਸਿੰਘ ਸੀ ਉਹ ਗੁਰਦਾਸਪੁਰ ਦਾ ਰਹਿਣ ਵਾਲਾ, ਬਾਕੀ 4 ਵਿਅਕਤੀ ਇਸੇ ਜ਼ਿਲ੍ਹੇ ਦੇ ਰਹਿਣ ਵਾਲੇ ਨੇ, ਅੰਮ੍ਰਿਤਸਰ ਦੇ। ਤੇ ਅਮਰੀਕ ਸਿੰਘ ਇੱਕ ਨਿਊਲੀ ਵੈਡਡ ਸੀ, ਉਹਦੀ ਘਰਵਾਲੀ ਵੀ ਨਾਲ ਹੀ ਸੀ ਉਹਦੀ ਵੀ ਪੁੱਛਗਿੱਛ ਹੋ ਰਹੀ ਹੈ। ਉਹਨੂੰ ਵੀ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ। ਜਾਣਕਾਰੀ ਅਜੇ ਬਾਕੀ ਦੀ ਜੋ ਉਪਲਬਧ ਹੋਵੇਗੀ ਉਹ ਵੀ ਆਮ ਲੋਕਾਂ ਤੱਕ ਪਹੁੰਚ ਹੀ ਜਾਵੇਗੀ, ਪਰੰਤੂ ਅਜੇ ਫਿਲਹਾਲ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ। ਗੱਲ ਕਰਦੇ ਹਾਂ ਆਜ਼ਾਦਵੀਰ ਸਿੰਘ ਦੀ। ਆਜ਼ਾਦਵੀਰ ਸਿੰਘ ਦੇ ਬਾਰੇ ਜਦੋਂ ਪੁਲਿਸ ਨੇ ਪਤਾ ਕੀਤਾ ਤਾਂ ਆਜ਼ਾਦਵੀਰ ਸਿੰਘ ਜਿਸ ਨੂੰ ਕਿ ਸਾਜ਼ਿਸ਼ਕਰਤਾ ਮੰਨਿਆ ਗਿਆ ਹੈ, ਆਜ਼ਾਦਵੀਰ ਸਿੰਘ ਇੱਕ ਪੂਰਨ ਤੌਰ ਤੇ ਇੱਕ ਸਿੱਖ ਹੈ। ਸ੍ਰੀ ਸਾਹਿਬ ਵੀ ਉਹਦੇ ਪਾਈ ਹੋਈ ਦੇਖੀ, ਦਾੜੀ ਕੇਸ ਵੀ ਉਹਦੇ ਰੱਖੇ ਹੋਏ ਸੀਗੇ ਤੇ ਉਹਦੇ ਵੱਲੋਂ ਹੀ ਇਹ ਵਾਰਦਾਤਾਂ ਕੀਤੀਆਂ ਗਈਆਂ ਨੇ। ਆਜ਼ਾਦਵੀਰ ਸਿੰਘ ਦਾ ਪਿਛੋਕੜ ਹੈਗਾ ਕਿ ਆਜ਼ਾਦਵੀਰ ਸਿੰਘ ਬਡਾਲਾ ਕਲਾ ਪਿੰਡ ਦਾ ਰਹਿਣ ਵਾਲਾ ਅੰਮ੍ਰਿਤਸਰ ਦੇ, ਤੇ ਉਹਦੇ ਫਾਦਰ ਦੀ ਡੈਥ ਹੋ ਚੁੱਕੀ ਸੀ। ਉਹਦੀ ਮਦਰ ਸੀ, ਉਹ ਸਰਕਾਰੀ ਜੌਬ ਕਰਦੀ ਸੀ ਤੇ ਉਹਦੀ ਮਦਰ ਦੀ ਵੀ ਡੈਥ ਹੋ ਜਾਂਦੀ ਹੈ। ਉਸ ਤੋਂ ਬਾਅਦ ਕੰਪੈਸ਼ਨੇਟ ਬੇਸ ਤੇ ਅੱਜ ਤੋਂ 10-12 ਸਾਲ ਪਹਿਲਾਂ ਉਸ ਨੂੰ ਨੌਕਰੀ ਮਿਲਦੀ ਹੈ ਉਸ ਨੂੰ ਅਜਨਾਲਾ ਦੇ SDM ਆਫਿਸ ਦੇ ਵਿੱਚ। ਤਹਿਸੀਲਦਾਰ ਦੇ ਨਾਲ ਵੀ ਉਹਦੀ ਤੈਨਾਤੀ ਰਹੀ ਹੈ ਖਡੂਰ ਸਾਹਿਬ ਤੇ ਤਰਨਤਾਰਨ ਦੇ ਇਲਾਕੇ ਦੇ ਵਿੱਚ। ਤੇ ਉਹ ਅਸਿਸਟੈਂਟ ਸੀਗਾ ਤਹਿਸੀਲਦਾਰ ਦੇ ਆਫਿਸ ਦੇ ਵਿੱਚ, SDM ਦੇ ਆਫਿਸ ਦੇ ਵਿੱਚ ਵੀ ਉਹ ਕੰਮ ਕਰਦਾ ਰਿਹਾ ਹੈਗਾ। ਪਰੰਤੂ ਉੱਥੇ ਵੀ ਇਸ ਨੂੰ ਅਜਿਹੀਆਂ ਇਹਦੇ ਵੱਲੋਂ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਸੀ ਕਿ ਇਹਦੇ ਉੱਪਰ ਪਰਚਾ ਦਰਜ ਹੋਇਆ ਤੇ ਇਹਨੂੰ ਨੌਕਰੀ ਤੋਂ ਟਰਮੀਨੇਟ ਕਰ ਦਿੱਤਾ ਗਿਆ ਤਕਰੀਬਨ 9 ਸਾਲ ਪਹਿਲਾਂ। ਉਸ ਤੋਂ ਬਾਅਦ ਇਹ ਡਰੱਗ ਐਡਿਕਟ ਹੋ ਗਿਆ। ਇਹਦੇ ਵਿੱਚ ਸਾਹਿਬ ਸਿੰਘ ਨੂੰ ਛੱਡ ਕੇ ਬਾਕੀ 4 ਬੰਦੇ ਡਰੱਗ ਐਡਿਕਟ ਨੇ। ਕੋਈ ਸ਼ਰਾਬ ਪੀਣ ਦਾ ਆਦੀ ਹੈ ਤੇ ਕੋਈ ਨਸ਼ਿਆਂ ਦਾ ਆਦੀ ਹੈ। ਆਜ਼ਾਦਵੀਰ ਸਿੰਘ ਵੀ ਡਰੱਗ ਐਡਿਕਟ ਹੈਗਾ। ਇਸੇ ਕਰਕੇ ਇਹਦੇ ਉੱਤੇ ਲੁੱਟਾਂ ਖੋਹਾਂ ਦੇ ਕੁਝ
ਪਰਚੇ ਹੈਗੇ ਨੇ। ਸਮੋਲ ਟਾਈਮ ਥੀਫ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ। ਆਪਣੀਆਂ ਗਰਜਾਂ ਪੂਰੀਆਂ ਕਰਨ ਵਾਸਤੇ, ਪੈਸੇ ਦਾ ਪ੍ਰਬੰਧ ਕਰਨ ਵਾਸਤੇ ਇਹ ਲੋਕ ਲੁੱਟਾਂ ਖੋਹਾਂ ਕਰਦੇ ਸੀ ਤਾਂ ਕਿ ਨਸ਼ੇ ਦੀ ਪੂਰੀ ਕਰ ਸਕਣ ਤੇ ਰੋਟੀ ਪਾਣੀ ਖਾ ਸਕਣ। ਆਜ਼ਾਦ ਵੀਰ ਸਿੰਘ ਨੇ ਜਦੋਂ ਇਹ ਬੰਬ ਪਲਾਂਟ ਕੀਤੇ, ਇਹ ਬੰਬ ਤਿੰਨੇ ਉਸ ਵੱਲੋਂ ਹੀ ਪਲਾਂਟ ਕੀਤੇ ਗਏ ਸੀ। ਰਾਮਦਾਸ ਸਰਾਇਣ ਦੇ ਵਿੱਚੋਂ ਠਹਿਰਿਆ ਹੋਇਆ ਸੀ ਇਹ ਬੰਬ। ਉਹ ਉੱਥੇ ਜੋ ਟਾਇਲਟ ਸੀ, ਜਨਤਕ ਟਾਇਲਟ ਸੀ, ਪਬਲਿਕ ਟਾਇਲਟ ਸੀ, ਉਹਦੇ ਵਿੱਚ ਹੀ ਉਹ ਅਸੈਂਬਲ ਕਰ ਰਿਹਾ ਸੀ ਤੇ ਉਸ ਤੋਂ ਬਾਅਦ ਬਾਹਰ ਜਾ ਕੇ ਰੱਖਿਆ ਹੁੰਦਾ ਸੀ, ਜਿਸ ਕਾਰਨ ਛੇਤੀ ਉਹਦੀ ਪਛਾਣ ਨਹੀਂ ਹੋ ਸਕੀ, ਕਿਉਂਕਿ ਆਮ ਤੌਰ ਤੇ ਇਹ ਥਿਊਰੀ ਹੁੰਦੀ ਹੈ ਕਿ ਬੰਦਾ ਵਾਰਦਾਤ ਕਰਕੇ ਉਸ ਇਲਾਕੇ ਤੋਂ ਦੂਰ ਚਲਾ ਜਾਂਦਾ। ਸੋ ਇਸ ਕਰਕੇ ਇਹ 3 ਧਮਾਕੇ ਕਰਨ ਦੇ ਵਿੱਚ ਕਾਮਯਾਬ ਰਿਹਾ। ਇਹਨੇ ਅਜੇ 2 ਹੋਰ ਕਰਨੇ ਸੀ, ਪਰੰਤੂ ਉਸ ਤੋਂ ਪਹਿਲਾਂ ਫੜਿਆ ਗਿਆ। ਆਜ਼ਾਦ ਵੀਰ ਸਿੰਘ ਨੇ ਐਕਸਪਲੋਸਿਵ ਲੈਣੇ ਸੀ, ਇਸ ਕਰਕੇ ਸਾਬਾ ਪਟਾਕਿਆਂ ਵਾਲਾ, ਜਿਸ ਦਾ ਨਾਂ ਸਾਹਿਬ ਸਿੰਘ ਹੈਗਾ, ਉਹ ਇੱਕ ਲਾਇਸੈਂਸੀ ਪਟਾਕਾ ਹੋਲਡਰ ਹੈਗਾ, ਉਹਦੇ ਕੋਲ ਲਾਇਸੈਂਸ ਹੈਗਾ, ਪਟਾਕੇ ਵੇਚਦਾ ਹੈਗਾ, ਬਣਾਉਂਦਾ ਹੈਗਾ। ਉਹਦੇ ਤੋਂ ਇਹਨਾਂ ਲੋਕਾਂ ਨੇ ਐਕਸਪਲੋਸਿਵ ਲਿੱਤਾ। ਕੁਛ ਐਕਸਪਲੋਸਿਵ ਲਿੱਤਾ ਇਹਨਾਂ ਨੇ ਤਕਰੀਬਨ 5000 ਰੁਪਏ ਦਾ। 5000 ਰੁਪਏ ਦਾ ਐਕਸਪਲੋਸਿਵ ਲੈ ਕੇ ਅਮਰੀਕ ਸਿੰਘ ਨੇ ਤੇ ਆਜ਼ਾਦ ਵੀਰ ਸਿੰਘ ਨੇ ਉਹਨੂੰ ਟੈਸਟ ਕੀਤਾ। ਇਹਨਾਂ ਨੇ ਇੱਕ ਬੰਬ ਬਣਾਇਆ ਆਪਣੇ ਵੱਲੋਂ, ਇੱਟਾਂ ਵੱਟੇ ਬੰਟੇ ਉਹਦੇ ਵਿੱਚ ਪਾਏ, ਕਿਉਂਕਿ ਇੰਪਰੋਵਾਈਜ਼ ਜਿਹੜਾ ਹੁੰਦਾ ਹੈ ਉਹ ਬਣਾਉਣ ਵਾਲੇ ਦੀ ਅਕਲ ਤੇ ਜ਼ਿਆਦਾ ਨਿਰਭਰ ਕਰਦਾ ਹੈ ਕਿ ਉਹਨੂੰ ਕਿੰਨੀ ਕੁ ਜਾਣਕਾਰੀ ਹੈ ਬੰਬ ਬਣਾਉਣ ਦੀ। ਤੇ ਮੌਕੇ ਦੇ ਉੱਤੇ ਇਹ ਬੰਬ ਤਿਆਰ ਕੀਤੇ ਜਾਂਦੇ ਨੇ। ਅਕਸਰ ਟੈਰੋਰਿਸਟ ਤੇ ਜੋ ਮਿਲਟਰੀ ਹੈਗੀ ਹੈ, ਜਿਨ੍ਹਾਂ ਦੇ ਸਡਨ ਅਟੈਕ ਹੁੰਦੇ ਨੇ, ਅਚਾਨਕ ਹੀ ਇਹਨਾਂ ਦੀਆਂ ਜੋ ਪਲੈਨਿੰਗਾਂ ਬਣਦੀਆਂ ਨੇ ਹਮਲਾ ਕਰਨ ਦੀਆਂ, ਉਦੋਂ ਇਹ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਨੇ। ਇਹਨੂੰ ਅਸੀਂ ਇੰਪਰੋਵਾਈਜ਼ਡ ਐਕਸਪਲੋਸਿਵ ਕਹਿ ਦਿੰਦੇ ਹਾਂ। ਇਹਨਾਂ ਵੱਲੋਂ ਵੀ ਤਿਆਰ ਕੀਤਾ ਗਿਆ ਤੇ ਉਹ ਬੰਬ ਪਟਾਕੇ, ਜਿਹੜੇ ਪਟਾਕੇ ਚਲਾਉਣ ਵਾਲਾ ਐਕਸਪਲੋਸਿਵ ਸੀ, ਉਹਦੇ ਵਿੱਚ ਇਹਨਾਂ ਨੇ ਇੱਟਾਂ ਵੱਟੇ ਕੁਝ ਅਜਿਹੀਆਂ ਚੀਜ਼ਾਂ ਕਰਕੇ ਉਹਨੂੰ ਇਹਨਾਂ ਨੇ ਇੱਕ ਟੈਸਟ ਕੀਤਾ। ਟੈਸਟ ਕਾਮਯਾਬ ਰਿਹਾ ਤਾਂ ਇਹਨਾਂ ਦਾ ਹੌਸਲਾ ਵੱਧ ਗਿਆ। ਫਿਰ ਇਹਨਾਂ ਨੇ ਉਹ ਬੰਬ ਅਸੈਂਬਲ ਕਰਨੇ ਸ਼ੁਰੂ ਕਰ ਦਿੱਤੇ। ਇਹਦੇ ਵਿੱਚ ਇਹ ਬੰਬ ਜਿਹੜੇ ਤਿਆਰ ਕੀਤੇ ਜਾਂਦੇ ਸੀ, ਸਾਹਿਬ ਸਿੰਘ ਨੇ ਇਹ ਮਟੀਰੀਅਲ ਦਿੱਤਾ 5000 ਰੁਪਏ ਦਾ। ਮਟੀਰੀਅਲ ਦਿੱਤਾ ਗਿਆ ਹਰਜੀਤ ਤੇ ਧਰਮਿੰਦਰ ਨੂੰ, ਉਹਨਾਂ ਨੇ ਸਪਲਾਈ ਕੀਤਾ ਇਹ ਆਜ਼ਾਦ ਵੀਰ ਤੇ ਅਮਰੀਕ ਸਿੰਘ ਨੂੰ। ਅਮਰੀਕ ਸਿੰਘ ਨੇ ਅੱਗੇ ਅਸੈਂਬਲਡ ਕੀਤਾ ਇਹਨੂੰ, ਆਜ਼ਾਦ ਵੀਰ ਨੇ ਅਸੈਂਬਲ ਕੀਤਾ ਤੇ ਉਹਨਾਂ ਜਗ੍ਹਾ ਤੇ ਰੱਖ ਕੇ ਆਇਆ ਜਿਹੜੀਆਂ ਜਗ੍ਹਾ ਇਹਨਾਂ ਨੇ ਡੈਸਟੀਨੇਸ਼ਨ ਬਣਾਏ ਹੋਏ ਸੀ ਕਿ ਇਸ ਜਗ੍ਹਾ ਤੇ ਬੰਬ ਰੱਖਾਂਗੇ। ਹਾਲਾਂਕਿ ਬੰਬ ਇੱਕ ਛੱਤ ਤੇ ਰੱਖੇ ਗਏ ਸੀ, 2 ਬੰਬਾਂ ਨਾਲ ਧਾਗੇ ਲਟਕਾਏ ਗਏ ਸੀ। ਜਿਹੜਾ 6 ਮਈ ਨੂੰ, ਇਹ 2 ਮਈ ਨੂੰ ਉੱਥੇ ਆ ਕੇ ਠਹਿਰਦੇ ਨੇ ਅੰਮ੍ਰਿਤਸਰ ਦੇ ਵਿੱਚ, ਤੇ ਉਸ ਤੋਂ ਬਾਅਦ 6 ਮਈ ਨੂੰ ਇਹ ਪਹਿਲਾ ਧਮਾਕਾ ਕਰਦੇ ਨੇ, ਅਸੈਂਬਲਡ ਕਰਦੇ ਨੇ ਬੰਬ ਨੂੰ, ਅਸੈਂਬਲ ਕੀਤਾ ਜਾਂਦਾ ਉਹਨੂੰ ਬਾਥਰੂਮ ਦੇ ਵਿੱਚ। ਉਹ ਤੋਂ ਬਾਅਦ ਇਹ ਜੋ ਸਵੀਟ ਸ਼ਾਪ ਸੀ ਹੈਰੀਟੇਜ ਸਟਰੀਟ ਦੇ ਉੱਪਰ, ਉਹਦੀ ਪਾਰਕਿੰਗ ਦੇ ਵਿੱਚ ਇਹ ਰੱਖ ਕੇ ਆਉਂਦੇ ਨੇ। ਬੰਬ ਉੱਪਰ ਕਿਸੇ ਜਗ੍ਹਾ 'ਚ ਰੱਖਿਆ ਹੁੰਦਾ, ਇੱਕ ਪੋਲੀਥੀਨ ਦੇ ਲਿਫਾਫੇ ਦੇ ਵਿੱਚ ਉਹਨੂੰ ਪਲਾਂਟ ਕੀਤਾ ਗਿਆ ਸੀ ਤੇ ਉਹਦੇ ਨਾਲ ਇੱਕ ਧਾਗਾ ਲਮਕਾਇਆ ਹੋਇਆ ਸੀ। ਰਾਤ ਨੂੰ 10 ਵਜੇ ਜਾ ਕੇ ਉਹ ਇਹ ਬੰਬ ਰੱਖਦਾ। ਬੰਬ ਰੱਖਣ ਤੋਂ 10:15 ਵਜੇ ਤਕਰੀਬਨ 15-20 ਮਿੰਟ ਬਾਅਦ ਇੱਕ ਵਿਅਕਤੀ ਸਹਿਜ ਸੁਭਾਵੇ ਉਹ ਧਾਗੇ ਨੂੰ ਖਿੱਚਦਾ ਤਾਂ ਬੰਬ ਫਟ ਜਾਂਦਾ। ਉਸ ਵਿਅਕਤੀ ਨੂੰ ਮਾਮੂਲੀ ਚੋਟਾਂ ਆਈਆਂ ਤੇ ਇੱਕ ਬਿਲਡਿੰਗ ਦੇ ਸ਼ੀਸ਼ੇ ਟੁੱਟੇ, ਕਿਸੇ ਕਾਰ ਦੇ ਸ਼ੀਸ਼ੇ ਟੁੱਟੇ। ਬੰਬ ਕਿਉਂਕਿ ਲੋ ਇੰਟੈਂਸਿਟੀ ਦਾ ਸੀ, ਇਸ ਕਰਕੇ ਨੁਕਸਾਨ ਨਹੀਂ ਹੋਇਆ। ਪਹਿਲਾ ਬੰਬ ਧਮਾਕਾ ਕਰਨ ਤੋਂ ਬਾਅਦ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ, ਪਰੰਤੂ ਇਹਨਾਂ ਉੱਤੇ ਕੋਈ ਫਰਕ ਨਹੀਂ ਪੈਂਦਾ। ਉਸ ਤੋਂ ਬਾਅਦ 8 ਮਈ ਨੂੰ ਇਹ ਸਵੇਰੇ 4 ਵਜੇ ਫਿਰ ਆਜ਼ਾਦ ਵੀਰ ਦੂਸਰਾ ਬੰਬ ਰੱਖ ਕੇ ਆਉਂਦਾ। ਇਹ ਵੀ ਪਾਰਕਿੰਗ ਦੇ ਵਿੱਚ ਰੱਖਿਆ ਜਾਂਦਾ, ਹੈਰੀਟੇਜ ਸਟਰੀਟ ਦੇ ਉੱਪਰ ਹੀ ਰੱਖਿਆ ਜਾਂਦਾ। ਇਹ ਬੰਬ ਵੀ ਸੇਮ ਮੈਨਰ ਦੇ ਵਿੱਚ ਰੱਖਿਆ ਜਾਂਦਾ, ਧਾਗਾ ਲਮਕਾਇਆ ਜਾਂਦਾ। ਇਹਦਾ ਵੀ ਕੋਈ ਧਾਗਾ ਖਿੱਚੇਗਾ ਤਾਂ ਬੰਬ ਫਟੇਗਾ। ਉਸੇ ਤਰ੍ਹਾਂ ਇਹਨੂੰ ਇੰਪਰੋਵਾਈਜ਼ ਕੀਤਾ ਜਾਂਦਾ। ਦੇਸੀ ਚੀਜ਼ਾਂ ਇਹਦੇ ਵਿੱਚ ਪਾਈਆਂ ਜਾਂਦੀਆਂ ਨੇ, ਜਿਸ ਤਰ੍ਹਾਂ ਕਿ ਬੰਟੇ ਹੋਏ, ਕਿੱਲਾਂ ਹੋਈਆਂ, ਇੱਟਾਂ ਬੱਟੇ, ਰੋੜੇ, ਇਹੋ ਜਿਹੀਆਂ ਚੀਜ਼ਾਂ ਜੋ ਕਿ ਇੱਕਦਮ ਜਦੋਂ ਬੰਬ ਫਟਦਾ ਹੈ, ਐਕਸਪਲੋਡ ਹੁੰਦਾ ਹੈ, ਉਦੋਂ ਇਹ ਪੂਰੀ ਸਪੀਡ ਨਾਲ ਜਾ ਕੇ ਵਿਅਕਤੀਆਂ ਨੂੰ ਘਾਇਲ ਕਰਦੇ ਨੇ। ਕਈ ਵਾਰ ਮਾਰੂ ਵੀ ਹੋ ਜਾਂਦੀਆਂ ਨੇ ਇਹ ਸਾਰੇ ਜ਼ਖਮ। ਤਾਂ ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਆਪਣੇ ਵੱਲੋਂ ਜੋ ਇਹਨਾਂ ਨੂੰ ਅਵੇਲੇਬਲ ਸੀ, ਜੋ ਰਿਸੋਰਸਿਸ ਇਹਨਾਂ ਦੇ ਸੀਗੇ, ਉਹ ਸਾਰੇ ਕਰਕੇ ਇਹਨਾਂ ਨੇ ਉਹ ਬੰਬ ਬਣਾਇਆ। ਬੰਬ ਬਣਾ ਕੇ ਉਹ ਰਾਤ ਨੂੰ 4 ਵਜੇ ਉਹ ਸਵੇਰੇ ਉਸ ਸਟਰੀਟ ਦੇ ਵਿੱਚ ਰੱਖ ਕੇ ਆਉਂਦਾ ਤੇ 6:15 ਵਜੇ ਫਿਰ ਉਸੇ ਤਰ੍ਹਾਂ ਕੋਈ ਵਿਅਕਤੀ ਸਹਿਜ ਸੁਭਾਅ ਉਹ ਧਾਗੇ ਨੂੰ ਖਿੱਚ ਲੈਂਦਾ, ਦੂਸਰਾ ਬੰਬ ਵੀ ਫਟ ਜਾਂਦਾ। ਪੁਲਿਸ ਫਿਰ ਪੱਪਾ ਭਾਰ ਹੋ ਜਾਂਦੀ ਹੈ ਕਿ ਕੋਈ ਵਿਅਕਤੀ ਇੱਥੇ ਹੀ ਹੈ ਜਿਹੜਾ ਇਸ ਨੂੰ ਬਾਰ-ਬਾਰ ਇਹ ਐਕਸਪਲੋਡ ਹੋ ਰਹੇ ਨੇ, ਇਹਨਾਂ ਵੱਲੋਂ ਇੱਥੇ ਹੀ ਬੰਬ ਲਗਾਇਆ ਜਾ ਰਿਹਾ। ਸੋ ਉਸ ਏਰੀਏ ਦੇ ਵਿੱਚ ਪੁਲਿਸ ਵੱਲੋਂ ਜੋ ਵਿਜੀਲੈਂਸ ਸੀ ਉਹ ਪੂਰੀ ਤੈਨਾਤ ਕੀਤੀ ਗਈ ਹੈ, ਨਫਰੀ ਤੈਨਾਤ ਕੀਤੀ ਗਈ। ਖੂਫੀਆ ਏਜੰਸੀਆਂ ਉੱਥੇ ਤੈਨਾਤ ਹੋਈਆਂ ਤੇ ਉੱਥੇ NIA ਨੈਸ਼ਨਲ ਇੰਟੈਲੀਜੈਂਸ ਜੋ ਹੈਗੀ ਹੈ ਆਪਣੀ NIA, ਉਹਦੀ ਇਨਵੈਸਟੀਗੇਸ਼ਨ ਵੀ ਨਾਲ ਸ਼ੁਰੂ ਹੋਈ। NSA ਵੀ ਇਹਦੇ ਵਿੱਚ ਆ ਗਈ ਤੇ ਇਹ ਸਾਰੀਆਂ ਦੇ ਨਾਲ ਜੋ SGPC ਦੀ ਟਾਸਕ ਫੋਰਸ ਸੀ, ਉਹ ਟਾਸਕ ਫੋਰਸ ਵੀ ਪੂਰੀ ਸਤਰਕਤਾ ਦੇਖ ਰਹੀ ਸੀ, ਕਿਉਂਕਿ ਉੱਥੇ ਜਿਹੜੇ CCTV ਕੈਮਰੇ ਲੱਗੇ ਹੋਏ ਨੇ ਪੂਰੀ ਸਟਰੀਟ ਦੇ ਉੱਪਰ,
ਜਾਂ ਸਰੈਂ ਦੇ ਵਿੱਚ, ਉਹ ਸਾਰਿਆਂ ਦੇ ਉੱਪਰ ਉਹਨਾਂ ਦੀ ਪਕੜ ਸੀ, ਵਿਜੀਲੈਂਸ ਸੀਗੀ ਪੂਰੀ। ਅਜੇ ਇਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਕਿ 10 ਮਈ ਨੂੰ ਰਾਤ ਨੂੰ 12 ਵਜੇ ਉਹ ਫੇਰ ਇੱਕ ਬੰਬ ਰੱਖ ਕੇ ਆਂਦਾ ਆਜ਼ਾਦਵੀਰ। ਇਸ ਵਾਰ ਜਦੋਂ ਬੰਬ ਰੱਖ ਕੇ ਆਂਦਾ ਤਾਂ ਉਹ ਬੰਬ ਬਾਥਰੂਮ 'ਚ ਬਣਾ ਕੇ ਬਾਥਰੂਮ ਦੀ ਜੋ ਵੈਂਟੀਲੇਸ਼ਨ ਸੀ, ਉੱਥੇ ਦਾ ਰੋਸ਼ਨਦਾਨ ਸੀ, ਉਹਦੇ ਵਿੱਚੋਂ ਹੀ ਪਿੱਛੇ ਛੱਡ ਦਿੰਦਾ। ਪਿੱਛੇ ਕੋਈ ਖਾਲੀ ਜਗ੍ਹਾ ਸੀ ਜਾਂ ਸਟਰੀਟ ਸੀ, ਬੰਬ ਫਟ ਜਾਂਦਾ। ਲੋ ਇੰਟੈਂਸਿਟੀ ਸੀ, ਫੇਰ ਇਸ ਵਾਰ ਕੋਈ ਨੁਕਸਾਨ ਨਹੀਂ ਹੁੰਦਾ। ਪਰੰਤੂ ਇਸ ਵਾਰ ਜੋ ਉੱਥੇ ਟਾਸਕ ਫੋਰਸ ਦੇ ਜੋ ਵਿਅਕਤੀ ਸੀ, ਜੋ ਉਹ ਫੋਰਸ ਦੇ ਕਾਰਕੁਨ, ਉਹ ਸਾਰੇ ਨਜ਼ਰ ਰੱਖ ਰਹੇ ਸੀ। ਉਹਨਾਂ ਵੱਲੋਂ ਇੱਕਦਮ ਜਦੋਂ ਬੰਬ ਫਟਦਾ ਉਸ ਤੋਂ ਬਾਅਦ ਫਟਾਫਟ ਕੈਮਰਿਆਂ ਦੀ ਫੋਲਾ ਫਰਾਲੀ ਕੀਤੀ ਜਾਂਦੀ ਹੈ ਤਾਂ ਉਹ ਦੇਖਦੇ ਨੇ ਕਿ ਅੱਧੀ ਰਾਤ ਨੂੰ ਉੱਥੇ ਤੁਰਨ ਫਿਰਨ ਵਾਲੇ ਵਿਅਕਤੀ ਜ਼ਿਆਦਾ ਨਹੀਂ ਸੀ, ਆਜ਼ਾਦਵੀਰ ਉਹਨਾਂ 'ਚੋਂ ਇੱਕ ਸੀ। ਆਜ਼ਾਦਵੀਰ ਬਾਥਰੂਮ ਜਾਂਦਾ ਹੈ ਤਾਂ ਉਹਨਾਂ ਵੱਲੋਂ ਪੁੱਛਿਆ ਗਿਆ ਆਜ਼ਾਦਵੀਰ ਨੂੰ, ਆਜ਼ਾਦਵੀਰ ਕਹਿੰਦਾ ਜੀ ਮੈਂ ਨਹਾਉਣ ਜਾ ਰਿਹਾ, ਪਰੰਤੂ ਜਦੋਂ ਉਹਨਾਂ ਨੇ ਬਾਥਰੂਮ ਚੈੱਕ ਕੀਤਾ ਤਾਂ ਉਹ ਸੁੱਕਾ ਪਿਆ ਸੀ। ਫਿਰ ਆਜ਼ਾਦਵੀਰ ਨੂੰ ਫੜ ਕੇ ਲਿਜਾਇਆ ਗਿਆ, ਉਹਨਾਂ ਵੱਲੋਂ ਆਪਣੇ ਤੌਰ ਤੇ ਪੁੱਛਗਿੱਛ ਕੀਤੀ ਗਈ ਤਾਂ ਆਜ਼ਾਦਵੀਰ ਮੰਨ ਗਿਆ ਕਿ ਮੈਂ ਹੀ ਬੰਬ ਫੋੜਿਆ, ਮੈਂ ਹੀ ਬਣਾਇਆ ਸੀ, ਇੱਥੇ ਹੀ ਅਸੈਂਬਲ ਕੀਤਾ। ਫਿਰ ਉਹ ਅਮਰੀਕ ਸਿੰਘ ਦੇ ਕਮਰੇ 'ਚ ਉਹਨਾਂ ਨੂੰ ਲੈ ਗਿਆ, ਅਮਰੀਕ ਸਿੰਘ ਨੂੰ ਫੜਾਇਆ ਜਾਂਦਾ, ਪੁਲਿਸ ਬੁਲਾ ਲਈ ਜਾਂਦੀ ਹੈ। ਉਸ ਤੋਂ ਬਾਅਦ ਇਹ 5 ਵਿਅਕਤੀ ਗ੍ਰਿਫਤਾਰ ਕਰ ਲਏ ਜਾਂਦੇ ਨੇ। ਸਾਬਾ ਪਟਾਕਿਆਂ ਵਾਲਾ ਵੀ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਨੇ ਕੇਸ ਨੂੰ ਐਕਸਪਲੋਸਿਵ ਦਿੱਤਾ ਸੀ। ਇਹ ਐਕਸਪਲੋਸਿਵ ਕਲੋਰਾਈਡ ਤੇ ਬਰੋਮਾਈਡ ਨੂੰ ਸਲਫੇਟ ਦੇ ਨਾਲ ਮਿਕਸ ਕਰਕੇ ਬਣਾਇਆ ਗਿਆ ਸੀ। ਇਹ ਸਾਰਾ ਮਟੀਰੀਅਲ ਸਾਬੇ ਦੇ ਕੋਲੋਂ ਆਇਆ ਸੀ। ਤਕਰੀਬਨ 5000 ਦਾ ਮਟੀਰੀਅਲ ਸੀ, ਜਿਹਦੇ ਵਿੱਚੋਂ ਉਹ ਕੁਝ ਵਰਤ ਚੁੱਕੇ ਸੀ ਤੇ 1100 ਗ੍ਰਾਮ 1 ਕਿਲੋ 100 ਗ੍ਰਾਮ ਮਟੀਰੀਅਲ ਜਿਹੜਾ ਪੁਲਿਸ ਨੇ ਬਰਾਮਦ ਵੀ ਕੀਤਾ। ਤੇ ਉੱਥੇ ਜਦੋਂ ਆਜ਼ਾਦਵੀਰ ਨੇ ਦੱਸਿਆ ਕਿ ਜਦੋਂ ਉਹ ਬੰਬ ਧਮਾਕਿਆਂ ਵਾਸਤੇ ਉੱਥੇ ਰੱਖ ਕੇ ਆਇਆ ਤਾਂ ਉਹਦੇ ਨਾਲ ਉਹਨੇ ਪੈਂਫਲੇਟ ਵੀ ਰੱਖੇ ਸੀਗੇ। ਇਹਨਾਂ ਪੈਂਫਲੇਟਾਂ ਦੇ ਉੱਪਰ ਕਾਫੀ ਕੁਝ ਲਿਖਿਆ ਗਿਆ ਸੀ। ਹਾਲਾਂਕਿ ਜਿਹੜੇ 2 ਧਮਾਕੇ ਉਹਨਾਂ ਵਿੱਚ ਕੋਈ ਪੈਂਫਲੇਟ ਨਹੀਂ ਲੱਭਿਆ ਕਿਉਂਕਿ ਉਹ ਜਲ ਗਏ। ਜੋ ਤੀਸਰਾ ਸੀ ਉੱਥੋਂ ਕੁਝ ਪੈਂਫਲੇਟ ਇਹਨਾਂ ਨੂੰ ਮਿਲੇ ਹੈਗੇ ਨੇ, ਪਰੰਤੂ ਉਹ ਜੋੜ ਕੇ ਉਹਨਾਂ ਦੇ ਵਿੱਚ ਕੁਝ ਗੱਲਾਂ ਲਿਖੀਆਂ ਹੋਈਆਂ ਸੀ, ਜਿਹਦੇ ਵਿੱਚ ਆਜ਼ਾਦਵੀਰ ਨੂੰ ਇੱਕ ਤਾਂ ਇਹ ਇਤਰਾਜ਼ ਸੀ ਕਿ ਜੋ ਭਾਈ ਅੰਮ੍ਰਿਤਪਾਲ ਆ ਉਹਦੇ ਉੱਪਰ NSA ਕਿਉਂ ਲਗਾਈ ਗਈ। ਦੂਸਰਾ ਮਾਮਲਾ ਸੀਗਾ ਕਿ ਜੋ ਰੀਸੈਂਟਲੀ ਇੱਕ ਪਿੱਛੇ ਜੇ ਘਟਨਾ ਹੋਈ ਸੀ ਦਰਬਾਰ ਸਾਹਿਬ ਦੇ ਵਿੱਚ, ਇੱਕ ਹਰਿਆਣਾ ਦੀ ਕੁੜੀ ਨੂੰ ਐਂਟਰੀ ਤੋਂ ਰੋਕਿਆ ਗਿਆ ਕਿਉਂਕਿ ਉਹਦੇ ਸ਼ਾਰਟਸ ਪਾਏ ਹੋਏ ਸੀ ਤੇ ਉਹਦੀ ਗੱਲ ਦੇ ਉੱਪਰ ਟਰਾਈ ਕਲਰ ਬਣਿਆ ਹੋਇਆ ਸੀਗਾ। ਉਹ ਮਾਮਲੇ ਦਾ ਵੀ ਜ਼ਿਕਰ ਕੀਤਾ ਹੋਇਆ ਸੀ ਉਸਨੇ ਨਾਲ ਇਹ ਵੀ ਜ਼ਿਕਰ ਕੀਤਾ ਹੋਇਆ ਸੀ ਕਿ ਸਿੱਖ ਜੋ ਯੂਥ ਹੈਗੀਆਂ ਨੇ ਉਹ ਦਾੜੀ ਕੱਟ ਕੇ ਰੱਖਦੀਆਂ ਨੇ, ਆਪਣੇ ਵਾਲ ਜਿਹੜੇ ਕੇਸ ਕਤਲ ਕਰਵਾਉਂਦੀਆਂ ਨੇ, ਇਸ ਨਾਲ ਵੀ ਉਸ ਨੂੰ ਇਤਰਾਜ਼ ਸੀ। ਸ਼ਾਇਦ ਧਾਰਮਿਕ ਸੋਚ ਵਾਲਾ ਕੱਟੜਵਾਦੀ ਵਿਅਕਤੀ ਹੋਵੇਗਾ ਉਹ। ਸੋ ਇਹਨਾਂ 5 ਵਿਅਕਤੀਆਂ ਨੂੰ ਫੜ ਲਿਆ ਗਿਆ। ਤੇ ਜੋ ਅਮਰੀਕ ਸਿੰਘ ਸੀ ਦੂਸਰੇ ਨੰਬਰ ਵਾਲਾ ਸੀ, ਅਮਰੀਕ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ, ਉਹ ਵੀ ਡਰੱਗ ਐਡਿਕਟ ਹੈਗਾ। ਉਹਦੇ ਫਾਦਰ ਨੇ ਦੱਸਿਆ ਕਿ ਉਹਨਾਂ ਵੱਲੋਂ ਉਹਨੂੰ ਬੇਦਖਲ ਕਰ ਦਿੱਤਾ ਗਿਆ। ਉਹਦੇ ਭਰਾ ਦੀ ਦੁਕਾਨ ਹੈਗੀ ਉੱਥੇ, ਇੱਕ ਠੀਕ ਠਾਕ ਘਰੋਂ ਸੀਗਾ ਉਹ, ਵੀ ਉਹ ਸਾਡੇ ਕਹਿਣੇ ਤੋਂ ਬਾਹਰ ਹੈਗਾ, ਡਰੱਗ ਐਡਿਕਟ ਹੈਗਾ, ਛੋਟੀਆਂ-ਮੋਟੀਆਂ ਚੋਰੀਆਂ ਕਰਦਾ। ਉਹਦੇ ਤੇ 1-2 ਪਰਚੇ ਵੀ ਦਰਜ ਨੇ। ਉਹ ਵੀ ਹਿਸਟਰੀ ਸ਼ੀਟਰ ਹੈਗਾ, ਚਾਹੇ ਵੱਡਾ ਉਹਨੇ ਕੋਈ ਸੰਗੀਨ ਜੁਰਮ ਨਹੀਂ ਕੀਤਾ ਪਰੰਤੂ ਅਪਰਾਧਿਕ ਰਿਕਾਰਡ ਉਹਦਾ ਵੀ ਹੈਗਾ। ਤੀਸਰੇ ਨੰਬਰ ਤੇ ਸਾਬਾ ਹੈਗਾ। ਸਾਬਾ ਨੂੰ ਫੜਿਆ ਗਿਆ ਕਿਉਂਕਿ ਇਹਨਾਂ ਵੱਲੋਂ ਐਕਸਪਲੋਸਿਵ ਉਹਨੂੰ ਦਿੱਤੇ ਗਏ ਬਿਨਾਂ ਉਹਨਾਂ ਦੀ ਮਨਸ਼ਾ ਪੁੱਛੇ। ਚੌਥੇ ਨੰਬਰ ਤੇ ਹਰਜੀਤ ਤੇ ਧਰਮਿੰਦਰ ਹੈਗੇ। ਇਹ ਦੋਵੇਂ ਸਾਲਾ ਜੀਜਾ ਹੈਗੇ ਆਪਸ 'ਚ, ਇਹ ਦੋਨੇ ਵੀ ਡਰੱਗ ਐਡਿਕਟ ਹੈਗੇ ਨੇ। ਇੱਕ ਪਾਰਕਿੰਗ ਦੇ ਵਿੱਚ ਕੰਮ ਕਰਦਾ ਹੈਗਾ ਹਰਜੀਤ, ਤੇ ਜਿਹੜਾ ਧਰਮਿੰਦਰ ਹੈਗਾ ਉਹ ਆਟੋ ਰਿਕਸ਼ਾ ਚਲਾਉਂਦਾ ਸੀ, ਪਿੱਛੇ ਜੇ ਉਹ ਵੀ ਵੇਚ ਚੁੱਕਿਆ ਸੀ। ਇਹਨਾਂ ਲੋਕਾਂ ਨੂੰ ਪੈਸੇ ਦਾ ਕੋਈ ਲਾਲਚ ਦਿੱਤਾ ਗਿਆ ਸੀ, ਕਿਵੇਂ ਨਾਲ ਮਿਲਾਇਆ ਗਿਆ ਸੀ, ਇਹ ਵੀ ਅੰਡਰ ਇਨਵੈਸਟੀਗੇਸ਼ਨ ਹੈਗਾ ਮੁੱਦਾ ਅਜੇ। ਉਹ ਬਾਅਦ ਦੇ ਵਿੱਚ ਆਵੇਗਾ ਸਾਹਮਣੇ ਕਿ ਇਹ ਆਖਰ ਇਕੱਠੇ ਕਿਸ ਗੱਲ ਪਿੱਛੇ ਹੋਏ, ਕਿਸੇ ਨੇ ਇਹਨਾਂ ਨੂੰ ਪੈਸੇ ਦਾ ਲਾਲਚ ਦਿੱਤਾ ਸੀ ਜਾਂ ਕੀ ਕੁਝ ਕਿਹਾ ਗਿਆ ਸੀ, ਆਖਰ ਕਿਸੇ ਮੋਟਿਵ ਨੂੰ ਲੈ ਕੇ ਤਾਂ ਇਹ ਇਕੱਠੇ ਹੋਏ ਨੇ। ਕਿਉਂਕਿ ਇਹ ਸਾਰੇ ਇੱਕ ਦੂਜੇ ਨੂੰ ਨਸ਼ਾ ਛਡਾਊ ਕੇਂਦਰਾਂ 'ਚ ਮਿਲੇ ਹੋਏ ਸੀ। ਨਸ਼ਾ ਸ਼ਾਇਦ ਇਹਨਾਂ ਚਾਰਾਂ ਨੇ ਛੱਡਣ ਦੀ ਕੋਸ਼ਿਸ਼ ਕੀਤੀ ਹੋਵੇਗੀ ਜਾਂ ਛੱਡ ਚੁੱਕੇ ਹੋਣਗੇ, ਪਰੰਤੂ ਡਰੱਗ ਐਡਿਕਟ ਨੇ, ਇਹ ਪੁਲਿਸ ਵੱਲੋਂ ਵੀ ਕਿਹਾ ਗਿਆ। ਹੁਣ ਗੱਲ ਕਰਦੇ ਹਾਂ ਕਿ ਇਹ ਜਿਹੜੇ ਧਮਾਕੇ ਹੋਏ ਨੇ ਇਹ ਆਮ ਲੋਕਾਂ 'ਚ ਡਰ ਫੈਲਾਉਣ ਵਾਸਤੇ ਹੋਏ ਕਿਉਂਕਿ ਉੱਥੇ ਸੰਗਤਾਂ ਇੰਨੀਆਂ ਆਉਂਦੀਆਂ ਨੇ ਰੋਜ਼। ਆਮ ਲੋਕ ਇਹਦੇ ਨਾਲ ਡਰ ਹੀ ਗਏ, ਸਾਫ਼ ਜੀ ਗੱਲ ਆ। ਪੂਰੇ ਪੰਜਾਬ ਦੇ ਵਿੱਚ ਇਹਦਾ ਬਹੁਤ ਵੱਡਾ ਅਸਰ ਦੇਖਣ ਨੂੰ ਮਿਲਿਆ। ਇਸ ਟਾਈਮ ਪੰਜਾਬ ਦੇ CM ਨੇ ਜਿਹੜੇ ਉਹ ਸਮਿਟਾਂ ਦੇ ਵਿੱਚ ਲੱਗੇ ਹੋਏ ਨੇ ਕਿ ਇਨਵੈਸਟਰ ਨੇ ਜਿਹੜੇ ਪੰਜਾਬ ਤੋਂ ਬਾਹਰਲੇ ਉਹਨਾਂ ਨੂੰ ਇਨਵੈਸਟਮੈਂਟ ਵਾਸਤੇ ਇੱਥੇ ਬੁਲਾਇਆ ਜਾਵੇ। ਆਪਣੀ ਪ੍ਰਾਪਰਟੀ ਹੈ ਜਿਹੜੀ ਉਹ ਇੱਥੇ ਇੰਡਸਟਰੀ ਹੈ ਜਿਹੜੀ ਉਹ ਲੈ ਕੇ ਆਉਣ ਤਾਂ ਕਿ ਪੰਜਾਬ ਦੇ ਲੋਕਾਂ ਨੂੰ, ਯੂਥ ਨੂੰ ਇੱਥੇ ਬੇਰੁਜ਼ਗਾਰੀ ਦੂਰ ਹੋਵੇ, ਨੌਕਰੀਆਂ ਮਿਲ ਸਕਣ। ਇਹ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਜ਼ਰੂਰ ਢਾਹ ਲੱਗਦੀ ਹੈ। ਇਹਦੇ ਕਰਕੇ ਇਕਨੋਮਿਕ ਜਿਹੜੀਆਂ ਮੈਟਰਸ ਹੈਗੇ ਨੇ ਉਹਨਾਂ ਨੂੰ ਢਾਹ ਲੱਗਦੀ ਹੈ। ਆਦਮੀ ਸੋਚਦਾ ਇੱਕ ਵਾਰ ਵੀ ਪੰਜਾਬ ਦੇ ਵਿੱਚ ਇਨਵੈਸਟ ਕਰੀਏ, ਘਰ ਲਈਏ ਕਿ ਨਾ ਲਈਏ, ਕਿਉਂਕਿ ਉੱਥੇ ਤਾਂ ਸਾਰਾ ਅਪਰਾਧੀਕਰਨ ਹੋ ਰਿਹਾ ਹੈ। ਕਦੇ ਗੈਂਗਸਟਰਾਂ ਦੀ ਕੋਈ ਵਾਰਦਾਤ ਸਾਹਮਣੇ ਆਉਂਦੀ ਹੈ ਤੇ ਕਦੇ ਕੋਈ ਟੈਰੋਰਿਸਟ ਮੋਡਿਊਲ ਸਾਹਮਣੇ ਆਉਂਦਾ। ਸੋ ਇਹ ਲੋਕ ਇਸ ਚੀਜ਼ ਦਾ ਪਾਰਟ ਹੈਗੇ ਨੇ। ਇਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਬਾਹਰੋਂ ਵੀ ਇਹਨਾਂ ਨੂੰ ਕੋਈ ਏਡ ਆ ਰਹੀ ਸੀ, ਬਾਹਰੋਂ ਵੀ ਇਹਨਾਂ ਦੇ ਫੋਨ ਇਹਨਾਂ ਦੇ ਜ਼ਬਤ ਕੀਤੇ ਗਏ ਨੇ ਪੁਲਿਸ ਵੱਲੋਂ, ਤੇ ਉਹ ਸਾਰੇ
ਉਹਦੀ ਅਜੇ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਚੱਲ ਰਹੀ ਹੈਗੀ ਆ। ਪਰੰਤੂ ਅਸੀਂ ਗੱਲ ਕਰੀਏ ਤਾਂ ਧਾਰਮਿਕ ਤੌਰ ਤੇ ਉੱਤੇ ਕੋਈ ਧਰਮ ਸਾਨੂੰ ਇਹ ਆਗਿਆ ਨਹੀਂ ਦਿੰਦਾ ਕਿ ਕਿਸੇ ਵਿਅਕਤੀ ਨੂੰ ਆਪਾਂ ਆਪਣੀ ਮਰਜ਼ੀ ਨਾਲ ਚਲਾ ਸਕੀਏ। ਹਿੰਦੁਸਤਾਨ ਦੇ ਵਿੱਚ ਜੋ ਸੰਵਿਧਾਨ ਹੈਗਾ ਉਹ ਸਾਰਿਆਂ ਨੂੰ ਆਜ਼ਾਦੀ ਦਿੰਦਾ ਹੈ। ਸੁਸਾਇਟੀ ਦੇ ਵਿੱਚ ਸੋਸ਼ਲ ਰੂਪ ਨਾਲ ਤੇ ਧਾਰਮਿਕ ਰੂਪ ਨਾਲ ਉਹ ਕਿਸੇ ਵੀ ਧਰਮ ਨੂੰ ਮੰਨ ਸਕਦੇ ਨੇ, ਕਿਸੇ ਵੀ ਤਰ੍ਹਾਂ ਰਹਿ ਸਕਦੇ ਨੇ ਲੀਗਲੀ ਧਰਮ ਦੇ ਅੰਦਰ ਰਹਿ ਕੇ, ਜਾਂ ਉਹ ਕਿਸੇ ਵੀ ਧਰਮ ਨੂੰ ਮੰਨ ਸਕਦੇ ਨੇ, ਫਾਲੋਅਰ ਬਣ ਸਕਦੇ ਨੇ। ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਧਾਰਮਿਕ ਕੱਟੜਤਾ ਵਾਸਤੇ, ਤੇ ਨਾ ਹੀ ਕਿਸੇ ਤਰ੍ਹਾਂ ਦੀ ਇਹ ਧਾਰਮਿਕ ਕੱਟੜਤਾ ਹੈ ਜਿਹੜੀ ਕਿ ਦੂਸਰੇ ਨੂੰ ਝੁਕਾਉਣ 'ਚ ਰਾਜੀ ਰੱਖਦੀ ਹੈ ਕਿ ਜੇ ਉਹ ਝੁਕ ਜਾਵੇਗਾ ਮੇਰੇ ਅੱਗੇ ਤਾਂ ਹੀ ਉਹ ਵੱਡਾ ਹੈਗਾ। ਤੇ ਇਹ ਜੁਰਮ ਹੈ ਜਿਹੜਾ ਇਹ ਪੰਜਾਬੀਆਂ ਵੱਲੋਂ ਹੀ ਕੀਤਾ ਗਿਆ, ਬਾਹਰੋਂ ਆ ਕੇ ਕੋਈ ਨਹੀਂ ਕੀਤਾ। ਹਾਲਾਂਕਿ ਪਿਛਲੇ ਸਮੇਂ 'ਚ ਇੱਕ ਬੇਅਦਬੀ ਦੀ ਹੋਰ ਘਟਨਾ ਹੋਈ ਸੀ, ਉਹ ਘਟਨਾ ਦੇ ਵਿੱਚ ਵੀ ਇੱਕ ਨਿਹੰਗ ਸਿੰਘ ਵੱਲੋਂ ਹੀ ਖੁਦ ਹੀ ਕਤਲ ਕੀਤੇ ਗਏ ਸੀ ਜੋ ਜਪੂ ਸਾਹਿਬ ਦੇ ਪਰਚੇ ਸੀ ਆਪਣੇ ਗੁਆਂਢੀ ਨੂੰ ਫਸਾਉਣ ਪਿੱਛੇ। ਤੇ ਮੋਰਿੰਡਾ ਦੀ ਘਟਨਾ ਵੀ ਦੇਖਦੇ ਹਾਂ ਆਪਾਂ, ਗੁਰਦੁਆਰਾ ਕੋਤਵਾਲੀ ਸਾਹਿਬ ਦੀ, ਉਹ ਵੀ ਇੱਕ ਪੰਜਾਬੀ ਵੱਲੋਂ ਹੀ ਕੀਤੀ ਗਈ ਸੀ। ਸੋ ਇਹ ਸਾਰੀਆਂ ਗੱਲਾਂ ਜ਼ਰੂਰ ਇਨਵੈਸਟੀਗੇਸ਼ਨ ਦਾ ਮੁੱਦਾ ਹੈਗੀਆਂ ਨੇ ਕਿ ਆਖਿਰ ਪੰਜਾਬੀ ਹੀ ਪੰਜਾਬ ਦੇ ਵਿੱਚ ਕਿਉਂ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਨੇ। ਖੈਰ ਇਹਨਾਂ ਪੰਜਾਂ ਨੂੰ ਫੜ ਲਿਆ ਗਿਆ ਤੇ ਇਹਨਾਂ ਦੇ ਉੱਪਰ UAPA ਦੇ ਤਹਿਤ ਸੈਕਸ਼ਨ ਲਗਾਏ ਗਏ ਹੈਗੇ ਨੇ। 3, 4, 5, 13, 16, 18 ਦੇ ਤਹਿਤ UAPA ਦੀਆਂ ਧਾਰਾਵਾਂ ਹੈਗੀਆਂ ਨੇ, ਜਿਹਦੇ ਵਿੱਚ ਅਨਲਾਫੁਲ ਜਿਹੜੀਆਂ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਹੈ ਉਹ ਲਾਇਆ ਜਾਂਦਾ ਤੇ 5 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਸਜ਼ਾ ਹੋ ਸਕਦੀ ਹੈ। ਉਹ ਮਾਮਲੇ ਦੀ ਸੰਜੀਦਗੀ ਦੇ ਨਾਲ ਹੈ ਕਿ ਮਾਮਲੇ ਦੀ ਜੋ ਗ੍ਰੈਵਿਟੀ ਹੈ ਸੀ ਉਹ ਕਿੰਨੀ ਕੁ ਹੈਗੀ ਹੈ, ਕਿੰਨੇ ਕੁ ਲੋਕਾਂ ਨੂੰ ਇਹਨਾਂ ਵੱਲੋਂ ਜੋ ਮਾਰੂ ਪ੍ਰਭਾਵ ਪਏ ਨੇ ਉਹਨਾਂ ਦੇ, ਜਾਂ ਕਿੰਨੇ ਲੋਕ ਘਾਇਲ ਹੋਏ ਨੇ। ਇਹ ਸਾਰੀਆਂ ਚੀਜ਼ਾਂ ਕੋਰਟ ਦੇ ਵਿੱਚ ਜਾ ਕੇ ਉਹ ਹੁੰਦੀਆਂ ਨੇ ਤੇ ਉਹਦੇ ਮੁਤਾਬਕ ਹੀ ਸਜ਼ਾ ਜਿਹੜੀ ਹੈ ਉਹ ਕੋਰਟ ਨੇ ਦੇਣੀ ਹੈਗੀ ਹੈ। ਤੇ ਹੁਣ ਇਸ ਵਕਤ ਅਸੀਂ ਕਹਿ ਸਕਦੇ ਹਾਂ ਆਮ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈਗਾ ਕਿ ਇਹ 5 ਵਿਅਕਤੀ ਫੜੇ ਗਏ ਹੈਗੇ ਨੇ ਤੇ ਆਮ ਲੋਕ ਫਿਰ ਤੋਂ ਆਪਣੇ ਨਤਮਸਤਕ ਹੋਣ ਆਪਣੇ ਗੁਰੂ ਦੇ ਸਾਹਮਣੇ ਫਿਰ ਤੋਂ ਜਾਣਾ ਸ਼ੁਰੂ ਕਰਨਗੇ ਸ੍ਰੀ ਅੰਮ੍ਰਿਤਸਰ ਸਾਹਿਬ ਗੋਲਡਨ ਟੈਂਪਲ।